ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਿਲਾ ਪਹਿਲਾ ਘਰ ਤੀਜਾ। ਏ ਤਨ ਧਰਤੀ ਬੀਜ ਕਰਮਾ ਕਰੋ, ਸਲਲ ਅਪਾਉ ਸਾਰੰਗ ਪਾਣੀ। ਮਨ ਕਿਰਸਾਨ ਹਰ ਹਿਰਦੈ ਜਮਾਏ ਲੈ, ਇਉ ਪਾਵਸ ਪਦ ਨਿਰਵਾਣੀ। ਕਾਹੇ ਗਰਭ ਸਮੂੜੇ ਮਾਇਆ, ਪਿਤ ਸੁਤੋ ਸਗਲ ਕਾਲਤਰ ਮਾਤਾ। ਤੇਰੇ ਹੋਏ ਨਾ ਅੰਤ ਸਖਾਇਆ, ਰਹਾਉ ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ। ਇਨ ਤਜ ਆਤਮੈ ਹੋਏ ਧਿਆਈ, ਜਪ ਤਪ ਸੰਜਮ ਹੋਏ ਜਬ ਰਾਖੇ। ਕਮਲ ਵਿਗਸੈ ਮਦ ਆਸਰਮਾਈ, 20 ਸਪਤਾਹਰੋ ਬਾਸਰੋ ਸੰਗ੍ਰਹਿ। 3 ਖੋੜਾ ਨਿਤ ਕਾਲ ਸਾਰੈ, 10 18 ਮੈਂ ਅਪਰੰਪਰੋ ਚੀਨੈ। ਕਹੈ ਨਾਨਕ ਇਵ ਏਕ ਤਾਰੇ, 10 18 ਮੈਂ ਅਪਰੰਪਰੋ ਚੀਨੈ। ਕਹੈ ਨਾਨਕ ਇਵ ਏਕ ਤਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਏ। ਇਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਏ। ਸਾਹਿਬੇ ਕਮਾਲ, ਪਾਤਸ਼ਾਹਾਂ ਦੇ ਪਾਤਸ਼ਾਹ, ਗੁਰੂ ਗਰੀਬ ਨਿਵਾਜ਼, ਭਗਤ ਵਤਸਲ, ਦੀਨਾਨਾਥ, ਵਾਲੀਏ ਕੁਲ ਆਲਮ, ਖੰਡਾਂ ਬ੍ਰਹਮੰਡਾਂ ਦੇ ਰਿਜ਼ਕ ਦਾਤੇ, ਸ਼ਬਦ ਸਰੂਪ, ਸੱਚ ਦਾ ਮੁਜੱਸਮਾ, ਧੁਰ ਕੀ ਬਾਣੀ ਦੇ ਖਜ਼ਾਨੇ, 10 ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਸਤਸੰਗੀ ਜਨੋ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੀਨ ਦਿਆਲ ਹੈ ਭਾਈ, ਕਰਨ ਕਾਰਨ ਸਮਰੱਥ। ਐਸੇ ਦੀਨ ਕੇ ਦਇਆਲ ਮਾਧੋ, ਪੂਰਨ ਗੁਰਦੇਵ ਅਕਾਲ ਪੁਰਖ ਦਾ ਸ਼ਬਦ ਸਰੂਪ। ਮੇਰਾ ਸਤਿਗੁਰੂ
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ। ਇਸ ਤੋਂ ਵੱਡੇ ਭਾਗ ਜੀਵਨ ਵਿੱਚ ਕਦੇ ਹੋਰ ਨਹੀਂ ਲੱਭਣੇ। ਇਹ ਉਹ ਸਮਾਂ ਹੁੰਦਾ ਹੈ ਜਦੋਂ ਸੰਗਤ ਵਿੱਚ ਆਉਂਦੇ ਹਾਂ, ਜਿਨ੍ਹਾਂ ਸਮਿਆਂ ਦੇ ਵਿੱਚ ਸਾਡੇ ਮੰਦੇ ਕਰਮ ਵੀ ਚੰਗੇ ਕਰਮਾਂ ਵਿੱਚ ਬਦਲੇ ਜਾ ਸਕਦੇ ਨੇ। ਅੱਜ ਦੀ ਪਾਵਨ ਪਵਿੱਤਰ ਵਿਚਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਚਾਰ ਦੇ ਵਿੱਚੋਂ ਅੱਜ ਦਾ ਜੋ ਸ਼ਬਦ ਹੈ, ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ, ਤਿੰਨਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਸ੍ਰੀ ਰਾਗ ਦੇ ਵਿੱਚ ਮਹੱਲੇ ਪਹਿਲੇ ਦੇ ਸਿਰਲੇਖ ਹੇਠ ਘਰ ਤੀਜੇ ਵਿੱਚ ਅੰਕਿਤ ਹੈ। ਭਾਵ ਗੁਰੂ ਦੇ ਕੀਰਤਨੀਆਂ ਨੂੰ, ਰਾਗ ਵਿਦਿਆ ਦੇ ਮਾਹਰ ਸਤਸੰਗੀਆਂ ਨੂੰ ਇਸ ਸ਼ਬਦ ਨੂੰ ਸ੍ਰੀ ਰਾਗ ਦੇ ਤੀਜੇ ਘਰ ਵਿੱਚ ਗਾਉਣ ਦਾ ਹੁਕਮ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੱਥੇ 31 ਰਾਗ ਦਰਜ ਨੇ, ਉੱਥੇ 17 ਘਰਾਂ ਦੇ ਵਿੱਚ ਇਹ ਰਾਗ ਉਚਾਰੇ ਗਏ ਨੇ। ਤੁਸੀਂ ਘਰ ਪਹਿਲਾ, ਘਰ ਦੂਜਾ, ਘਰ 7ਵਾਂ, ਘਰ 10ਵਾਂ, ਘਰ 17ਵਾਂ ਪੜ੍ਹੋਗੇ, ਮਹਾਰਾਜ ਦੇ ਸਰੂਪ ਦੇ ਵਿੱਚ ਘਰ 18ਵਾਂ ਕਿਤੇ ਵੀ ਨਹੀਂ ਪੜ੍ਹੋਗੇ। ਸੋ ਇਹਨਾਂ ਪਾਵਨ ਪਵਿੱਤਰ ਪੰਕਤੀਆਂ ਦੇ ਵਿੱਚ ਮੇਰੇ ਗੁਰਦੇਵ ਦਾਤਾ ਜੀ ਸਾਨੂੰ ਜੀਵਨ ਦਾ ਪੰਧ, ਜੀਵਨ ਦਾ ਮਾਰਗ, ਇਸ ਮਾਰਗ 'ਤੇ ਅਸਾਂ ਕਿਵੇਂ ਟੁਰਨਾ ਹੈ ਅਤੇ ਕਿਵੇਂ ਟੁਰਦਿਆਂ ਹੋਇਆਂ ਸਫਲ ਹੋਣਾ ਹੈ, ਮੰਜ਼ਿਲ ਦੀ ਪ੍ਰਾਪਤੀ ਕਰਨੀ ਹੈ, ਇਹਨਾਂ ਪਵਿੱਤਰ ਪੰਕਤੀਆਂ ਦੇ ਵਿੱਚ ਦਰਸਾਉਣਾ ਕਰਦੇ ਨੇ। ਏ ਤਨ ਧਰਤੀ ਬੀਜ ਕਰਮ ਕਰੋ, ਸਲਿਲ ਅਪਾਉ ਸਾਰੰਗ ਪਾਣੀ। ਇਹ ਧਨ ਧਰਤੀ ਬੀਜ ਕਰਮਾ ਕਰੋ, ਸਲਲ ਉਪਾਓ ਸਾਰੰਗ ਪਾਣੀ। ਇਹ ਜਿਹੜਾ ਸਰੀਰ ਹੈ ਨਾ, ਜਿਹਨੂੰ ਅੰਗਰੇਜ਼ੀ ਵਿੱਚ ਬਾਡੀ ਕਹਿੰਦੇ ਆ, ਹਿੰਦੀ ਦੇ ਵਿੱਚ ਇਹਨੂੰ ਤਨ ਕਹਿੰਦੇ ਆ। ਇਹ ਜਿਹੜਾ ਤਨ ਹੈ, ਰੱਬ ਨੇ ਜਦੋਂ ਕੁਦਰਤ ਸਾਜੀ ਹੈ, 5 ਤੱਤ ਸਾਜੇ ਨੇ, ਤੇ ਇਹ ਤਨ ਵੀ 5 ਤੱਤਾਂ ਨਾਲ ਸਾਜਿਆ। 5 ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਇਹ ਸਰੀਰ, ਇਹ ਤਨ 5 ਤੱਤਾਂ ਦਾ ਬਣਿਆ। ਪਰ ਜਦੋਂ ਤੱਕ ਇਸ ਤਨ ਦੇ ਨਾਲ 5 ਤੱਤਾਂ ਦੇ ਨਾਲ ਇੱਕ ਤੱਤ ਹੋਲ ਨਹੀਂ ਮਿਲਿਆ, ਇਹ ਤਨ ਸਫਲ ਨਹੀਂ ਹੋਇਆ। ਜਿਨ੍ਹਾਂ ਨੇ ਜੀਵਨ ਜਿਉਂਦਿਆਂ ਇਸ ਤਨ ਨੂੰ ਰਾਮ ਜਨਾਂ ਦੀ ਸੰਗਤ ਵਿੱਚ ਲੈ ਆਉਂਦਾ, ਜਿਨ੍ਹਾਂ ਭਾਗਾਂ ਵਾਲਿਆਂ ਨੇ ਇਸ ਤਨ ਨੂੰ ਰਾਮ ਦਾ ਨਾਮ ਜਪਣ ਦੇ ਵਿੱਚ, ਵਾਹਿਗੁਰੂ ਦਾ ਸਿਮਰਨ ਕਰਨ ਦੇ ਵਿੱਚ, ਹਰੀ ਦਾ ਆਰਾਧਨ ਕਰਨ ਦੇ ਵਿੱਚ ਲਾਇਆ, ਜਿਨ੍ਹਾਂ ਨੇ ਰਾਮ ਜਨਾਂ ਦੀ ਸੰਗਤ ਕੀਤੀ, ਤੇ ਤਨ ਲਫ਼ਜ਼ ਹੈ ਨਾ, ਤਨ, ਤਨ ਤੋਂ ਪਹਿਲਾਂ ਰਾਮ ਦਾ ਰਾਰਾ ਲਾ ਲਓ ਤੇ ਇਹ ਤਨ ਬਣ ਗਿਆ ਰਤਨ, ਕਮਾਈ। 5 ਤੱਤਾਂ ਦਾ ਤਨ ਹੈ, ਪਰ ਜਦੋਂ ਰਾਮ ਦਾ ਰਾਰਾ ਪਹਿਲੇ ਲੱਗ ਗਿਆ, ਫਿਰ ਇਹ ਤਨ ਤਨ ਨਾ ਰਿਹਾ, ਫਿਰ ਇਹ ਰਤਨ ਬਣ ਗਿਆ। ਪਰ ਐਸੇ ਬਦਕਿਸਮਤ ਜੀਵ ਜਿਨ੍ਹਾਂ ਨੂੰ ਇਹ 5 ਤੱਤਾਂ ਦਾ ਤਨ ਤੇ ਪ੍ਰਾਪਤ ਹੋਇਆ, ਪਰ ਉਹਨਾਂ ਨੇ ਇਹ ਤਨ ਪਾਪ ਕਰਮਾਂ ਵਿੱਚ ਲਾ ਲਿਆ। ਮਨ ਕਰ ਕਬਹੂ ਨਾ ਹਰ ਗੁਣ ਗਾਇਓ।
ਇਸ ਤਨ ਨੂੰ ਭੈੜੇ ਕਰਮਾਂ ਵੱਲ ਲਾਇਆ। ਮਨ ਬਚ ਕਰਮ ਹਰ ਗੁਣ ਨਹੀਂ ਗਾਇਓ, ਇਹ ਜੀ ਸੋਚ ਧਰੋ। ਕੇਵਲ ਝੂਠੀ ਸ਼ਾਨੋ ਸ਼ੌਕਤ ਦੀ ਖਾਤਰ, ਨੰਬਰ 2 ਦੀ ਕਮਾਈ, ਘੱਟ ਤੋਲਣਾ, ਕੂੜ ਬੋਲਣਾ, ਐਸੇ ਪਦਾਰਥ ਛਕਣੇ ਜਿਨ੍ਹਾਂ ਦੀ ਗੁਰਮਤ ਦੇ ਵਿੱਚ ਮਨਾਹੀ ਹੈ, ਪਾਪ ਕੀਤੇ। ਤੇ ਐਸੇ ਜੀਵਾਂ ਦੇ ਤਨ ਦੇ 2 ਅੱਖਰ ਨੇ, ਤੱਤਾ ਨੰਨਾ। ਤੇ ਤਨ ਤੋਂ ਪਹਿਲਾਂ ਪਾਪ ਦਾ ਪੱਪਾ ਲਾ ਲਓ, ਕੀ ਬਣ ਗਿਆ? ਪਤਨ। ਇਹੀ ਤਨ ਜੇ ਰਾਮ ਜਨਾਂ ਦੀ ਸੰਗਤ ਵਿੱਚ ਲਾਓਗੇ, ਰਾਰਾ ਲਾ ਕੇ ਰਤਨ ਦਾ ਕਾਰਨ ਬਣ ਜਾਏਗਾ। ਇਹੀ ਤਨ ਪਾਪ ਦਾ ਪੱਪਾ ਲਾ ਕੇ ਪਤਨ ਦਾ ਕਾਰਨ ਬਣ ਜਾਏਗਾ। ਤੇ ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਹੁਣ ਜਿਹੜਾ ਪਾਪ ਦੇ ਪੱਪੇ ਵੱਲ ਚਲਾ ਗਿਆ, ਪਤਨ ਵੱਲ ਚਲਾ ਗਿਆ, ਤੇ ਕੀ ਉਹਦਾ ਭਲਾ ਨਹੀਂ ਹੋ ਸਕਦਾ? ਗੁਰੂ ਘਰ 'ਚ ਤਾਂ ਪਾਪੀ ਵੀ ਬਖਸ਼ੇ ਗਏ, ਪਰ ਹੁਣ ਪਾਪੀ ਕਿਵੇਂ ਬਖਸ਼ਿਆ ਜਾਏਗਾ? ਜਿਹਦੇ ਪਾਪ ਦਾ ਪੱਪਾ ਲਾ ਕੇ ਤਨ ਦੇ ਨਾਲ ਪਤਨ ਦਾ ਕਾਰਨ ਬਣ ਗਿਆ। ਹੁਣ ਉਹਦੇ ਲਈ ਇੱਕ ਮਾਰਗ ਹੋਰ ਜੇ, ਉਹ ਕੀ ਹੈ? ਪ੍ਰਭੂ ਦਾ ਜਸ ਗਾ ਕੇ ਇਸ ਤਨ ਦੇ ਨਾਲ ਜਸ ਦਾ ਜਜਾ ਲਾ ਲਓ, ਜਤਨ। ਉਹ ਜਤਨ ਕਰਕੇ ਪਤਨ ਦੀ ਲੈਣ ਚੋਂ ਨਿਕਲ ਕੇ ਰਤਨ ਵਾਲੀ ਲੈਣ ਤੇ ਵੀ ਆ ਸਕਦਾ। ਇਹ ਐਸਾ ਗੁਰੂ ਜੇ। ਰਤਨ, ਪਤਨ, ਤੇ ਇਹਨਾਂ ਦੋਨਾਂ ਦੇ ਵਿੱਚ ਜੋ ਫਲਾਈਓਵਰ ਹੈ, ਜੋ ਪੁੱਲ ਹੈ, ਜੋ ਇੱਕ ਦੂਜੇ ਨੂੰ ਜੋੜਦਾ ਹੈ, ਜੋ ਪਤਨ ਵਾਲਿਆਂ ਨੂੰ ਰਤਨ ਵਾਲਿਆਂ ਦੀ ਲੈਣ ਵਿੱਚ ਲਿਆ ਕੇ ਬਿਠਾ ਸਕਦਾ ਹੈ, ਉਹ ਹੈ ਜਤਨ। ਪਰ ਇਹ ਕੌਣ ਭਾਗਾਂ ਵਾਲੇ ਨੇ? ਜਿਹੜੇ ਇਸ ਪੌੜੀ ਤੇ ਚੜ੍ਹਦੇ ਨੇ, ਜੋ ਸੰਗਤ ਵਿੱਚ ਆਉਂਦੇ ਨੇ, ਗੁਰੂ ਦੇ ਉਪਦੇਸ਼ ਨੂੰ ਸੁਣਦੇ ਨੇ, ਹਿਰਦੇ ਵਿੱਚ ਧਾਰਨ ਕਰਦੇ ਨੇ ਤੇ ਉਹਦੀ ਕਮਾਈ ਕਰਦੇ ਨੇ। ਤੇ ਸਤਿਗੁਰੂ ਸ੍ਰੀ ਰਾਗ ਦੀ ਪਵਿੱਤਰ ਬਾਣੀ ਦੇ ਵਿੱਚ ਬਚਨ ਕਰ ਰਹੇ ਨੇ, ਬਸ ਆ ਤਨ ਨੂੰ ਸੰਭਾਲ ਲਓ, ਇਸ ਤਨ ਨੂੰ ਕਮਾ ਲਓ। ਆਮ ਤੌਰ ਤੇ ਬਹੁਤੇ ਜੀਵ ਕਿਤੇ ਬੈਠੇ ਹੋਣ ਨਾ, ਕੀ ਕਰ ਰਹੇ ਹੋ? ਸਮਾਂ ਪਾਸ ਕਰ ਰਹੇ ਆ। ਸਮਾਂ ਪਾਸ ਕਰਨਾ ਕੋਈ ਵੱਡੀ ਗੱਲ ਨਹੀਂ। ਅਸਲੀ ਉਹ ਨੇ ਜਿਹੜੇ ਰਾਮ ਦਾ ਨਾਮ ਜਪ ਕੇ ਸੇਵਾ ਕਰਕੇ ਸਮਾਂ ਸਫਲ ਕਰਦੇ ਨੇ। ਸਮਾਂ ਪਾਸ ਤੇ ਪਸ਼ੂ ਢੋਰ ਵੀ ਕਰ ਰਹੇ ਨੇ, ਕਾਂ ਚਿੜੀਆਂ ਤੋਤੇ ਕਬੂਤਰ ਵੀ ਕਰ ਰਹੇ ਨੇ, ਸਮਾਂ ਪਾਸ ਤੇ ਗਾਵਾਂ ਮੱਝੀਆਂ ਵੀ ਪਈ ਕਰਦੀਆਂ ਨੇ। ਅਸਲ 'ਚ ਹੈ ਸਮਾਂ ਸਫਲ ਕਰਨਾ। ਕਿਸੇ ਨੂੰ ਕਹੀਏ ਰਾਮ ਦਾ ਨਾਮ ਜਪ, ਜਪਜੀ ਪੜ੍ਹ, ਜੇ ਮੁਸਲਮਾਨ ਹੈ ਤੇ ਕੁਰਾਨ ਪੜ੍ਹ, 5 ਵਕਤ ਦੀ ਨਮਾਜ਼ ਪੜ੍ਹ, ਜੇ ਹਿੰਦੂ ਭਰਾ ਹੈ ਤੇ ਰਾਮਚਰਿਤ ਮਾਨਸ ਪੜ੍ਹ, ਗੀਤਾ ਪੜ੍ਹ, ਵੇਦ ਪੜ੍ਹ। ਉਹ ਕਹਿੰਦੇ ਜੀ ਅਜੇ ਫੁਰਸਤ ਨਹੀਂ, ਜਦੇ ਫੁਰਸਤ ਮਿਲੇਗੀ ਤੇ ਪੜ੍ਹਾਂਗੇ। ਤੇ ਦਾਸ ਕਈ ਵਾਰਾਂ ਗੁਰੂ ਦੀ ਕਿਰਪਾ ਨਾਲ ਇੱਕ ਬੇਨਤੀ ਕਰਦਾ ਹੈ, ਫੁਰਸਤ ਲੱਭਦਿਆਂ ਲੱਭਦਿਆਂ ਇੱਕ ਦਿਨ ਪ੍ਰਾਣ ਫੁਰ ਹੋ ਜਾਣੇ ਨੇ ਤੇ ਸੱਤ ਹੀ ਸੱਤ ਰਹਿ ਜਾਣਾ। ਉਹ ਸੱਤ ਕੀ ਹੈ? ਉਹ ਪਰਮਾਤਮਾ। ਇਹ ਤਾਂ ਸਦਾ ਰਹਿ ਜਾਣਾ। ਅਸੀਂ ਫੁਰਸਤ ਲੱਭਦਿਆਂ ਲੱਭਦਿਆਂ ਇੱਕ ਦਿਨ ਸੰਸਾਰ 'ਚੋਂ ਫੁਰ ਹੋ ਜਾਣਾ, ਉੱਡ ਜਾਣਾ, ਸੱਤ ਰਹਿ ਜਾਣਾ। ਤੇ ਜੀਂਦਿਆਂ ਜੀ ਫੁਰਸਤ ਪਾ ਲਈਏ, ਮਰਨ ਤੋਂ ਬਾਅਦ ਕਿਨੇ ਪੁੱਛਿਆ? ਇਹ ਤਨ ਧਰਤੀ, ਇਸ ਸਰੀਰ ਨੂੰ, ਇਸ ਬਾਡੀ ਨੂੰ, ਇਸ ਤਨ ਨੂੰ ਧਰਤੀ ਜਾਣ ਕੇ, ਕਿਉਂਕਿ ਬਾਬਾ ਜੀ ਕਹਿੰਦੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਧਰਤੀ ਦਾ ਦਰਜਾ 5 ਤੱਤਾਂ ਵਿੱਚੋਂ ਸਭ ਤੋਂ ਉੱਚਾ ਹੈ। ਇਸ ਸਰੀਰ ਵਿੱਚ ਰਹਿ ਕੇ ਹੀ ਰੱਬ ਮਿਲ ਸਕਦਾ ਹੈ। ਤੇ ਇਸੇ ਸਰੀਰ ਵਿੱਚ ਰਹਿ ਕੇ ਮਨਮੁਖ ਰੱਬ ਤੋਂ ਦੂਰ ਵੀ ਹੋ ਜਾਂਦੇ ਨੇ। ਮਾਨਵ ਤੇ ਦਾਨਵ ਦੇ ਵਿੱਚ ਕੇਵਲ ਇੱਕ ਅੱਖਰ ਦਾ ਫਰਕ ਹੈ। ਹੁਣ ਵੇਖਣ ਵਿੱਚ ਅਸੀਂ ਸਾਰੇ ਮਾਨਵ, ਪਰ ਜੇ ਪੱਲੇ ਨਾਮ ਨਹੀਂ ਤੇ ਬਾਬਾ ਜੀ ਕਹਿੰਦੇ ਫਿਰ ਮਾਨਵ ਨਹੀਂ ਦਾਨਵ। ਇਸ ਕਰਕੇ ਇਸ ਤਨ ਨੂੰ ਪ੍ਰਭੂ ਦੇ ਬਖਸ਼ੇ ਹੋਏ ਕਾਰਜਾਂ ਵਿੱਚ ਲਾਈਏ। ਇਹ ਤਨ ਧਰਤੀ, ਇਸ ਤਨ ਨੂੰ ਧਰਤੀ ਬਣਾ ਲੈ ਤੇ ਬੀਜ ਕਰਮਾ ਕਰ, ਕਰਮਾਂ ਦਾ ਬੀਜ ਪਾ। ਕਿਉਂ? ਜਿਹੜਾ ਬੀਜ ਤੂੰ ਬੋਏਗਾ ਪ੍ਰਫੁੱਲਤ ਹੋਈ ਹੋਣਾ। ਕੁਦਰਤ ਦਾ ਇੱਕ ਬੜਾ ਵੱਡਾ ਨਿਯਮ ਹੈ,
ਜਿਹੜਾ ਵੀ ਬੀਜ ਬੀਜਾਂਗੇ ਉਸੇ ਨੇ ਪ੍ਰਫੁੱਲਤ ਹੋਣਾ ਹੈ। ਕਦੇ ਇਹ ਨਹੀਂ ਜੇ ਹੋਇਆ ਕਿਸੇ ਨੇ ਕਣਕ ਬੀਜ ਕੇ ਛੋਲੇ ਵੱਢੇ ਹੋਣ। ਅਜੇ ਤੱਕ ਸਾਇੰਸ ਇੰਨੀ ਤਰੱਕੀ ਨਹੀਂ ਕਰ ਸਕੀ ਕਿ ਕਪਾਹ ਬੀਜ ਕੇ ਤੇ ਅਸੀਂ ਕਹੀਏ ਗੁਲਾਬ ਦੇ ਫੁੱਲ ਸਾਨੂੰ ਮਿਲ ਜਾਣ। ਅਜੇ ਤੱਕ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਕੀਤੀ ਕਿ ਛੋਲੇ ਬੀਜ ਕੇ ਅਖਰੋਟ ਵੱਢ ਲਈਏ। ਇਹ ਪੋਸੀਬਲ ਨਹੀਂ। ਕੁਦਰਤ ਦਾ ਨਿਯਮ ਹੈ, ਜੋ ਬੀਜਾਂਗੇ ਉਹੀ ਮਿਲੇਗਾ, ਉਹੀ ਵੱਢਣਾ ਪਏਗਾ। ਤੇ ਕੁਦਰਤ ਦਾ ਇੱਕ ਨਿਯਮ ਹੋਰ ਬੜਾ ਕਮਾਲ ਦਾ, ਜੇ ਇੱਕ ਮੁੱਠੀ ਭਰ ਕੇ ਬੀਜ ਬੀਜਾਂਗੇ ਤੇ ਵਾਪਸ ਇੱਕ ਮੁੱਠੀ ਨਹੀਂ ਮਿਲਣੀ, ਕਈ ਬੋਰੀਆਂ ਵਾਪਸ ਆਉਣੀਆਂ, ਕਈ ਗੁਣਾ ਵੱਧ ਕੇ ਆਉਣਾ। ਬਸ ਆਹ ਗੱਲ ਪੱਲੇ ਬੰਨ ਲਈਏ, ਜੇ ਚੰਗੇ ਕਰਮ ਕਰਾਂਗੇ, ਭਾਵਨਾ ਨਾਲ ਕਰੀਏ, ਭਾਵੇਂ ਘੱਟ ਹੀ ਕਰੀਏ, ਬਹੁਤਾ ਮਿਲੇਗਾ। ਤੇ ਜੇ ਚੰਗੇ ਕਰਮ ਨਹੀਂ, ਮੈਂ ਇੱਕ ਬੇਨਤੀ ਕਰਾਂ, ਜੇ ਮੈਂ ਸੰਗਤ ਨੂੰ ਪੁੱਛਾਂ ਤੁਹਾਡੇ ਚੋਂ ਮਾਲਾ ਮਾਲ ਕੌਣ ਹੋਣਾ ਚਾਹੁੰਦਾ, ਤੇ ਸਾਰੇ ਚਾਹੁੰਦੇ ਨੇ ਮਾਲਾ ਮਾਲ ਹੋਣਾ। ਲੱਖਪਤੀ ਚਾਹੁੰਦਾ ਕਰੋੜਪਤੀ ਬਣਾ, ਕਰੋੜਪਤੀ ਚਾਹੁੰਦਾ ਅਰਬਪਤੀ ਬਣਾ, ਅਰਬਪਤੀ ਚਾਹੁੰਦਾ ਖਰਬਪਤੀ ਬਣਾ। ਅੱਧੇ ਸ਼ਹਿਰ ਦਾ ਵੀ ਕੋਈ ਮਾਲਕ ਹੋਵੇ ਨਾ, ਉਹ ਕਹਿੰਦਾ ਅੱਧਾ ਕਿਉਂ, ਪੂਰਾ ਸ਼ਹਿਰ ਹੀ ਮੇਰਾ ਹੋਵੇ। ਮਨੁੱਖ ਦਾ ਸੁਭਾਅ ਹੈ। ਪਰ ਅਸੀਂ ਮਾਲਾ ਮਾਲ ਹੋਣ ਦੇ ਲਈ ਪਾਪ ਕਰਮ ਕਰਦੇ ਆ, ਸ਼ਾਰਟਕਟ ਲੱਭਨੇ ਆ, ਘੱਟ ਤੋਲਦੇ ਆ, ਡੁਪਲੀਕੇਟ ਮਾਲ ਵੇਚਦੇ ਆ, ਝੂਠ ਬੋਲਦੇ ਆ, ਕਪਟ ਕਰਨੇ ਆ। ਸੱਚ ਕਰਮ ਕਰਕੇ ਅਸੀਂ ਮਾਲਾ ਮਾਲ ਹੋਣਾ ਨਹੀਂ ਚਾਹੁੰਦੇ। ਹੁਣ ਕਈਆਂ ਨੇ ਕਹਿਣਾ ਸੱਚ ਬੋਲ ਕੇ ਤੇ ਮਸਾਂ ਰੋਟੀ ਨਿਕਲਦੀ ਹੈ ਘਰ ਦੀ, ਸੱਚੀ ਕਮਾਈ ਕਿਵੇਂ ਹੋਵੇ? ਅੱਖਰ ਆਪਣੇ ਆਪ ਦੇ ਵਿੱਚ ਕਥਾ ਨੇ। ਜੇ ਮਾਲਾ ਮਾਲ ਹੋਣਾ ਨਾ ਸਾਧ ਸੰਗਤ ਜੀ, ਪਹਿਲੇ 2 ਅੱਖਰਾਂ ਦੀ ਕਮਾਈ ਕਰ ਲਓ। ਮਾਲਾ, ਤੁਸੀਂ ਮਾਲਾ ਫੜ ਲਓ, ਮਾਲ ਬਾਬੇ ਨੇ ਆਪੇ ਭੇਜ ਦੇਣਾ। ਮਾਲਾ ਮਾਲ, ਮਾਲਾ ਦਾ ਮਤਲਬ ਇਹ ਨਹੀਂ ਕੋਈ ਕੱਟਰ ਮਨੁੱਖ ਕਹਿ ਦੇਵੇ ਲਓ ਜੀ ਮਾਲਾ ਦੀ ਗੱਲ ਕਰ ਰਹੇ ਨੇ, ਮਾਲਾ ਮਾੜੀ ਨਹੀਂ। ਜੇ ਜੀਵਨ ਵਿੱਚ ਨਾਮ ਜਪਣ ਦੀ ਆਦਤ ਨਹੀਂ, ਮਾਲਾ ਫੜ ਲਓ, ਧਰਮ ਹੈ। ਕਿਉਂਕਿ ਮਾਲਾ ਚੇਤਾ ਕਰਾਉਂਦੀ ਏ, ਇਹ ਮੈਂ ਫੜੀ ਕਿਉਂ ਹੈ। ਜੇ ਮਾਲਾ ਫੜ ਕੇ ਨਾਮ ਜਪਿਆ ਜਾਵੇ, ਮਾਲਾ ਧਰਮ ਹੈ। ਮਾਲਾ ਪਖੰਡ ਤਾਂ ਬਣਦੀ ਏ ਜਦੋਂ ਅਸੀਂ ਕੇਵਲ ਵਿਖਾਵੇ ਲਈ ਪਾਉਂਦੇ ਹਾਂ। ਜੀਵਨ ਵਿੱਚ ਮਾਲਾ ਜਪਦਿਆਂ ਜੇ ਰਸਨਾ ਮਾਲਾ ਬਣ ਜਾਏ ਨਾ, ਉਹ ਅਵਸਥਾ ਪ੍ਰਾਪਤ ਹੋ ਜਾਏ ਜਿਸ ਅਵਸਥਾ ਦਾ ਜ਼ਿਕਰ ਭਗਤ ਕਬੀਰ ਨੇ ਕੀਤਾ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਜਦੋਂ ਰਸਨਾ ਮਾਲਾ ਬਣ ਜਾਏ, ਸਿਮਰਨਾ ਬਣ ਜਾਏ, ਫਿਰ ਹੱਥ ਦੀ ਮਾਲਾ ਭਾਵੇਂ ਤਿਆਗ ਦੇਣਾ। ਪਰ ਭਗਤੀ ਮਾਰਗ ਦੇ ਤੁਰਨ ਦੇ ਲਈ, ਸਿਮਰਨ ਕਰਨ ਦੇ ਲਈ ਹੱਥ ਦੀ ਮਾਲਾ ਪਹਿਲੀ ਪੌੜੀ। ਜੇ ਮਾਲਾ ਮਾਲ ਹੋਣਾ, ਮਾਲਾ ਫੜ ਲਓ, ਬਾਕੀ ਡਿਊਟੀ ਰੱਬ ਦੀ। ਪਾਓ ਸਿਮਰਨ ਕਰੋ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੈ ਮੂਚਾ। ਇੱਥੇ ਸਤਿਗੁਰੂ ਬਚਨ ਕਰਦੇ ਨੇ, ਇਹ ਤਨ ਧਰਤੀ ਬੀਜ ਕਰਮਾ ਕਰੋ। ਕਰਮ ਦੇ ਬੀਜ ਬੀਜੋ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਪੜ੍ਹਦੇ ਆ ਨਾ ਰੋਜ਼, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਇਹ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆਪਾਓ ਸਾਰੰਗ ਪਾਣੀ। ਸਲਲ ਪਾਣੀ, ਵਾਟਰ, ਜਲ। ਇਸ ਧਰਤੀ ਨੂੰ, ਇਸ ਸਰੀਰ ਨੂੰ ਧਰਤੀ ਬਣਾ ਕੇ ਕਰਮਾਂ ਦਾ ਬੀਜ ਪਾ। ਤੇ ਉਸ ਪਰਮਾਤਮਾ ਦੇ ਸਾਰੰਗ ਪਾਣੀ ਦੇ, ਵਾਹਿਗੁਰੂ ਦੇ, ਰਾਮ ਦੇ, ਖੁਦਾ ਦੇ, ਅੱਲਾ ਦੇ, ਬੀਠਲ ਦੇ, ਮੁਰਾਰੀ ਦੇ, ਜਗਦੀਸ਼ ਦੇ ਨਾਂ ਦਾ ਸਿਮਰਨ ਕਰ। ਉਸ ਜਲ ਦੇ ਨਾਲ ਇਸ ਧਰਤੀ ਨੂੰ ਸਿੰਜਣਾ ਕਰ। ਆ ਜਿਹੜਾ ਸਰੀਰ ਹੈ, ਇਸ ਧਰਤੀ ਨੂੰ ਸਿੰਜ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ 15 ਭਗਤ ਬਿਰਾਜਮਾਨ ਨੇ। ਪਰ ਜਦੋਂ ਰਾਮ ਜਪਣ ਦੀ ਗੱਲ ਕੀਤੀ ਤੇ ਧਰੂ ਦਾ ਜ਼ਿਕਰ ਕੀਤਾ, ਪ੍ਰਹਿਲਾਦ ਦਾ ਜ਼ਿਕਰ ਕੀਤਾ, ਇੱਕ 5 ਸਾਲ ਦਾ ਤੇ ਇੱਕ 6 ਸਾਲ ਦਾ। ਬੜੀ ਹੈਰਾਨੀ ਹੁੰਦੀ ਹੈ। ਭਗਤ ਕਬੀਰ ਬੈਠੇ ਨੇ, ਭਗਤ ਫਰੀਦ ਬੈਠੇ ਨੇ, ਭਗਤ ਰਵਿਦਾਸ ਬੈਠੇ ਨੇ, ਸਾਰੇ ਸਿਆਣੇ ਨੇ 15 ਭਗਤ। ਪਰ ਐਗਜ਼ਾਮਪਲ ਜਦੋਂ ਦਿੱਤੀ ਰਾਮ ਜਪਣ ਵੇਲੇ ਤੇ ਬੱਚਿਆਂ ਦੀ ਦਿੱਤੀ। ਬੱਚਾ ਨਿਰਛਲ ਹੁੰਦਾ ਹੈ, ਬੱਚਾ ਨਿਰਵੈਰ ਹੁੰਦਾ ਹੈ।
ਤੇ ਸਾਧ ਸੰਗਤ ਜੀ, ਗੁਰੂ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ? ਦੁਨਿਆਵੀ ਪੱਧਰ ਤੇ ਬਹੁਤ ਮਾਣ ਮਿਲਿਆ ਹੋਵੇ, ਬਹੁਤ ਗੁਣ ਹੋਣ, ਵਿਦਿਆ ਦਾ ਗੁਣ ਹੋਵੇ, ਮਾਇਆ ਦਾ ਗੁਣ ਹੋਵੇ, ਸੁੰਦਰਤਾ ਦਾ ਗੁਣ ਹੋਵੇ, ਕਿਸੇ ਅਹੁਦੇ ਦਾ ਗੁਣ ਹੋਵੇ, ਬੜੇ ਗੁਣ ਹੋਣ, ਪਰ ਧਿਆਨ ਰੱਖਣਾ ਜਦੋਂ ਗੁਰੂ ਦੇ ਚਰਨਾਂ ਵਿੱਚ ਆਉਣਾ, ਸਾਰੇ ਗੁਣ ਜੋੜਿਆਂ ਵਿੱਚ ਛੱਡ ਕੇ ਆਣੇ ਨੇ। ਗੁਣ ਦੀ ਹਉਮੈ ਨਾਲ ਨਾ ਆਵੇ। ਭਾਵੇਂ ਦੁਨਿਆਵੀ ਪੱਧਰ ਤੇ ਬਹੁਤ ਗੁਣ ਹੋਣ, ਬਹੁਤ ਵਡਿਆਈਆਂ, ਬਹੁਤ ਮਰਤਬੇ ਪ੍ਰਾਪਤ ਹੋਣ, ਪਰ ਜਦੋਂ ਇੱਥੇ ਆਈਏ ਗੁਰੂ ਨਾਨਕ ਦੇ ਬੱਚੇ ਬਣ ਕੇ ਆਈਏ, ਭਗਤੀ ਤਾਂ ਹੋਣੀ। ਦਾਸ ਕਈ ਵਾਰ ਪਹਿਲਾਂ ਵੀ ਗੁਰੂ ਦੀ ਕਿਰਪਾ ਨਾਲ ਬੇਨਤੀ ਕਰਿਆ ਕਰਦਾ, ਜਦੋਂ ਤੱਕ ਬੱਚੇ ਰਹੋਗੇ ਤਾਂ ਤੱਕ ਬਚੇ ਰਹੋਗੇ। ਜਿਸ ਦਿਨ ਇੱਥੇ ਆ ਕੇ ਵੱਡੇ ਹੋ ਗਏ, ਉਸ ਦਿਨ ਵੱਡੇ ਗਏ, ਕੁਛ ਨਹੀਂ ਰਹਿਣਾ। ਹਰ ਜੀ ਹੰਕਾਰ ਨਾ ਪਾਵਈ। ਅਸੀਂ ਵੱਡੇ ਹੋਣ ਦਾ ਮਾਣ ਲੈ ਕੇ ਆਉਨੇ ਆ। ਮੈਂ ਪ੍ਰਧਾਨ, ਮੈਂ ਪ੍ਰਚਾਰਕ, ਮੈਂ ਕਰੋੜਪਤੀ, ਮੈਂ ਅਰਬਪਤੀ, ਮੈਂ ਲੰਗਰ ਲਾਉਣ ਵਾਲਾ, ਮੈਂ ਕਥਾ ਕਰਨ ਵਾਲਾ, ਮੈਂ ਕੀਰਤਨੀਆ। ਬਾਬਾ ਕਹਿੰਦਾ ਫਿਰ ਜੇ ਮੈਂ ਤੇਰੇ ਪੱਲੇ, ਮੇਰੇ ਕੋਲ ਕੀ ਲੈਣਾ ਹੈ? ਇੱਥੇ ਤੇ ਸਭ ਕੋ ਤੇਰੇ ਵਸ, ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਦੇਣਾ। ਇੱਥੇ ਤੇ ਉਹ ਪੜ੍ਹਾਈ ਚੱਲਦੀ। ਜਦੋਂ ਤੱਕ ਬੱਚੇ ਰਹੋਗੇ ਤਾਂ ਤੱਕ ਬਚੇ ਰਹੋਗੇ। ਜਿਸ ਦਿਨ ਵੱਡੇ ਹੋ ਗਏ, ਉਸ ਦਿਨ ਵੱਡੇ ਗਏ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਨਾਨਕ ਦੋਵੇਂ ਕੂੜੀਆਂ, ਥਾਏ ਨਾ ਕਾਈ ਪਾਏ। ਸਤਿਗੁਰੂ ਅਗਲੀ ਪੰਕਤੀ ਦੇ ਵਿੱਚ ਬਚਨ ਕਰਦੇ ਨੇ, ਮਨ ਕਿਰਸਾਨ ਹਰ ਹਿਰਦੈ ਜਮਾਏ ਲੈ, ਇਉ ਭਾਵਿਸ ਪਦ ਨਿਰਵਾਣੀ। ਇਹ ਮਨ ਰੂਪੀ ਕਿਰਸਾਨ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ। ਮੇਰੇ ਸਤਿਗੁਰੂ ਕੈਸੇ ਦੀਨ ਦਿਆਲ ਨੇ। ਜੇ ਵਪਾਰੀ ਨੂੰ ਸਮਝਾਉਣਾ ਤੇ ਵਪਾਰੀ ਦੀ ਭਾਸ਼ਾ ਵਿੱਚ ਸਮਝਾਉਂਦੇ ਨੇ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਜੇ ਵਪਾਰ ਕਰਨ ਵਾਲੇ ਨੂੰ ਸਮਝਾਉਣਾ ਤੇ ਦੁਕਾਨਦਾਰੀ ਕਰਨੀ ਸਿਖਾਉਂਦੇ ਨੇ। ਵਪਾਰੀ ਨੂੰ ਤੇ ਨਹੀਂ ਕਿਹਾ ਵੀ ਤੂੰ ਖੇਤ ਵਿੱਚ ਬੀਜ ਪਾ। ਵਪਾਰੀ ਕਿੱਥੇ ਤੇ ਖੇਤ ਦਾ ਬੀਜ ਕਿੱਥੇ? ਜੇ ਕਿਸੇ ਮਾਰਗ ਤੇ ਟੁਰਨ ਵਾਲੇ ਨੂੰ ਸਮਝਾਉਂਦੇ ਨੇ ਤੇ ਮਾਰਗ ਤੇ ਟੁਰਨ ਦੀ ਜਾਚ ਸਿਖਲਾਉਂਦੇ ਨੇ। ਜੇ ਸੁਨਿਆਰੇ ਨੂੰ ਸਮਝਾਇਆ ਤੇ ਸੁਨਿਆਰੇ ਦੀ ਭਾਸ਼ਾ ਵਿੱਚ ਸਮਝਾਇਆ। ਜੇ ਮਜ਼ਦੂਰ ਨੂੰ ਸਮਝਾਇਆ, ਡੇਲੀ ਵਰਕਰ ਨੂੰ ਸਮਝਾਇਆ ਤੇ ਉਹਦੀ ਭਾਸ਼ਾ ਵਿੱਚ ਸਮਝਾਇਆ। ਜੇ ਹੁਣ ਅਸੀਂ ਕਿਸੇ ਸਾਇੰਟਿਸਟ ਦੇ ਕੋਲ ਜਾ ਕੇ ਤੇ ਰੋਜ਼ ਨਾਮਚਾ ਲੈ ਕੇ ਬਹਿ ਜਾਈਏ, ਉਹ ਕਹੇਗਾ ਮੇਰੇ ਕੋਲ ਕਿਤੇ ਮਗਜ ਮਾਰਨ ਆ ਗਏ। ਸਾਇੰਟਿਸਟ ਕਿਤੇ ਤੇ ਬੁੱਕ ਕੀਪਿੰਗ ਕਿਤੇ, ਕਾਮਰਸ ਕਿਤੇ। ਜੇ ਕਿਸੇ ਸੀਏ ਦੇ ਕੋਲ ਜਾ ਕੇ ਅਸੀਂ ਕਹੀਏ ਵੀ ਪਾਣੀ ਦਾ ਫਾਰਮੂਲਾ ਕੀ ਹੈ, ਉਹ ਕਹੇਗਾ ਯਾਰ ਅੱਗੇ ਲੰਘ, ਮੇਰੇ ਕੋਲ ਤਾਂ ਕਾਮਰਸ ਦਾ ਕੋਈ ਸਵਾਲ ਪੁੱਛਣਾ ਪੁੱਛ। ਗੁਰੂ ਸਾਹਿਬ ਨੇ ਜਦੋਂ ਸਮਝਾਇਆ, ਜਿਹਨੂੰ ਸਮਝਾਇਆ, ਐਗਜ਼ਾਮਪਲ ਉਸੇ ਦੀ ਫੀਲਡ ਵਿੱਚੋਂ ਲਏ। ਮਨ ਰੂਪੀ ਕਿਰਸਾਨ ਨੂੰ ਸਤਿਗੁਰੂ ਸਮਝਾਉਣਾ ਕਰਦੇ ਨੇ। ਕਿਰਸਾਨ ਮਨ ਕਿਰਸਾਨ ਹਰ ਹਿਰਦੇ ਜਮਾਏ ਲੈ। ਮਨ ਕਿਰਸਾਨ ਹਰ ਹਿਰਦੇ ਜਮਾਏ ਲੈ, ਇਉਂ ਪਾਵਸ ਪਦ ਨਿਰਵਾਣੀ। ਹੇ ਮਨ ਰੂਪੀ ਕਿਰਸਾਨ, ਇਸ ਸਰੀਰ ਨੂੰ ਧਰਤੀ ਬਣਾ, ਕਰਮਾਂ ਦਾ ਬੀਜ ਪਾ ਤੇ ਪ੍ਰਭੂ ਦੇ ਨਾਮ ਦੇ ਜਲ ਦੇ ਨਾਲ ਉਹਨੂੰ ਸਿੰਜ। ਇਵੇਂ ਯਤਨ ਕੀਤਿਆਂ ਤੂੰ ਉਸ ਪਦ ਨਿਰਵਾਣੀ ਨੂੰ, ਉਸ ਪਰਮਾਤਮਾ ਨੂੰ, ਉਸ ਦਇਆ ਕੇ ਦਇਆਲ ਦਾਤੇ ਨੂੰ, ਉਸ ਪੂਰੇ ਵਾਹਿਗੁਰੂ ਨੂੰ, ਜਿਸ ਨੂੰ ਦੁਨੀਆ ਭਲਦੀ ਏ। ਕਿਸੇ ਨੇ ਜੰਗਲ ਵਿੱਚ ਜਾ ਲੱਭਿਆ, ਕਿਸੇ ਨੇ ਪਹਾੜਾਂ ਤੇ ਚੜ੍ਹ ਕੇ, ਬੇਲਿਆਂ ਦੇ ਵਿੱਚ ਜਾ ਕੇ ਲੱਭਣ ਦਾ ਯਤਨ ਕੀਤਾ। ਪਰਿਵਾਰ ਤਿਆਗੇ, ਭੋਜਨ ਤਿਆਗਿਆ, ਬਸਤਰ ਵੀ ਤਿਆਗ ਦਿੱਤੇ, ਪਰ ਉਹ ਨਾ ਲੱਭਾ। ਜੇ ਤੂੰ ਲੱਭਣਾ ਤੇ ਇਸ ਤਨ ਦੇ ਵਿੱਚੋਂ ਲੱਭ ਸਕਣਾ, ਜਿਵੇਂ ਗੁਰੂ ਸਾਹਿਬ ਹੁਕਮ ਕਰਦੇ ਨੇ। ਕਾਹੇ ਗਰਭ ਸਮੂੜੇ ਮਾਇਆ, ਪਿਤ ਸੁਤੋ ਸਗਲ ਕਲਤਰ ਮਾਤਾ, ਤੇਰੇ ਹੋਏ ਨਾ ਅੰਤ ਸਕਾਇਆ। ਹੇ ਮੂੜੇ, ਹੇ ਮੂਰਖ, ਕਿਸ ਚੀਜ਼ ਤੇ ਗਰਭ ਕਰਦਾ ਹੈ? ਇਹਨਾਂ ਮਾਇਆ ਦੇ 4 ਦਿਹਾੜਿਆਂ ਤੇ, ਇਹਨਾਂ ਮਾਇਆ ਦੇ 4 ਸਾਖ ਸੰਬੰਧੀਆਂ ਤੇ। ਕਾਹੇ ਗਰਬਸ, ਮੂੜੇ ਮਾਇਆ, ਕਿਹਦੇ ਉੱਤੇ ਗਰਭ ਕਰਦਾ ਹੈ? ਹੇ ਮੂੜੇ, ਹੇ ਮੂਰਖ। ਮੂਰਖ 3 ਪ੍ਰਕਾਰ ਦੇ ਹੁੰਦੇ ਨੇ।
ਸਮਾਂ ਬਣਿਆ ਤੇ ਵਿਚਾਰ ਗੁਰੂ ਸਾਹਿਬ ਕਰਾਣ। ਕਦੇ ਵਿਚਾਰ ਚੱਲੀ ਨਾ ਜਦੋਂ ਮੂਰਖ ਦਾ ਲਫ਼ਜ਼ ਆਇਆ। ਮੂਰਖ 3 ਪ੍ਰਕਾਰ ਦੇ। ਸਤਿਗੁਰਾਂ ਨੇ ਜਿਹੜਾ ਮੂੜੇ ਲਫ਼ਜ਼ ਵਰਤਿਆ ਹੈ ਮੂਰਖ ਲਈ ਵਰਤਿਆ ਹੈ। ਉਹ ਮਨੁੱਖ ਜੋ ਦੁਨਿਆਵੀ ਰਿਸ਼ਤਿਆਂ ਦੇ ਉੱਪਰ ਬਹੁਤ ਅਫਰਦੇ ਨੇ। ਰਿਸ਼ਤੇ 4 ਤਰ੍ਹਾਂ ਦੇ ਹੁੰਦੇ ਨੇ। ਨਾਨਕਿਆਂ ਦਾ ਰਿਸ਼ਤਾ, ਦਾਦਕਿਆਂ ਦਾ ਰਿਸ਼ਤਾ, ਸਹੁਰਿਆਂ ਦਾ ਰਿਸ਼ਤਾ ਤੇ ਇਹ ਸਤਸੰਗ ਦਾ, ਜਿਹਨੂੰ ਅਸੀਂ ਸਮਾਜਿਕ ਰਿਸ਼ਤਾ ਕਹਿੰਦੇ ਹਾਂ। ਜਦੋਂ ਮਨੁੱਖ ਸਰੀਰਕ ਤੌਰ ਤੇ ਸਮਾਪਤ ਹੋ ਜਾਂਦਾ ਹੈ, ਜਦੋਂ ਚੜ੍ਹਾਈ ਕਰ ਜਾਂਦੇ, ਐਸੇ ਨੇ ਜਿਹੜੇ ਕੇਵਲ ਸੰਸਕਾਰ ਤੱਕ ਨਾਲ ਹੁੰਦੇ ਨੇ। ਵੈਸੇ ਸੰਸਕਾਰ ਤੇ ਜਦੋਂ ਭੀੜ ਇਕੱਠੀ ਹੋਵੇ ਨਾ ਤੇ ਇੱਕ ਅੰਦਾਜ਼ਾ ਲਾ ਲਿਆ ਕਰੋ, ਸੰਸਕਾਰ ਤੋਂ ਸੰਸਕਾਰ ਪਤਾ ਲੱਗਦੇ ਨੇ। ਇਹ ਜਾਣ ਵਾਲਾ ਕਿੰਨੇ ਸੰਸਕਾਰ ਕਮਾ ਕੇ ਗਿਆ, ਕਿੰਨੀ ਮੱਜਲ ਇਹਦੇ ਨਾਲ ਹੈ। ਕਈ ਬਦਕਿਸਮਤ ਜਿਨ੍ਹਾਂ ਨੂੰ 4 ਮੋਢੇ ਵੀ ਪ੍ਰਾਪਤ ਨਹੀਂ ਹੁੰਦੇ। ਵੈਸੇ ਅੱਜ ਕੱਲ੍ਹ ਜ਼ਮਾਨਾ, ਅੱਜ ਕੱਲ੍ਹ ਤੇ 4 ਟਾਇਰਾਂ ਦਾ ਜ਼ਮਾਨਾ। ਐਂਬੂਲੈਂਸ ਆਉਂਦੀ ਹੈ, 4 ਟਾਇਰਾਂ 'ਤੇ ਪਾ ਕੇ ਬੰਦਿਆਂ ਨੂੰ ਲੈ ਜਾਂਦੇ ਨੇ। ਕੋਈ ਭਾਗਾਂ ਵਾਲਾ ਹੀ ਹੈ ਜਿਨ੍ਹਾਂ ਨੂੰ ਆਉਣ ਵਾਲੇ ਸਮਿਆਂ 'ਚ 4 ਭਰਾਵਾਂ ਦੇ ਮੋਢੇ ਮਿਲਣੇ ਨੇ। ਜਦੋਂ ਬੰਦਾ ਚੜ੍ਹਾਈ ਕਰ ਜਾਏ, ਨਾਨਕੇ ਵੀ, ਦਾਦਕੇ ਵੀ ਤੇ ਸਹੁਰੇ ਵੀ ਲੱਕੜਾਂ 'ਤੇ ਰੱਖ ਕੇ ਅਗਨ ਭੇਟ ਕਰ ਜਾਂਦੇ ਨੇ। ਪਰ ਜਿਹੜਾ ਚੌਥਾ ਰਿਸ਼ਤਾ ਨਾ, ਚੌਥਾ, ਇਹ ਤੋੜ ਤੱਕ ਨਿਭਦਾ ਜੇ। ਉਹ ਹੈ ਸਤਸੰਗ ਦਾ ਰਿਸ਼ਤਾ। ਜਦੋਂ ਧਰਮਰਾਜ ਦੇ ਘਰ ਨਿਆਂ ਹੋਵੇ, ਜਦੋਂ ਸਾਡੀ ਫਾਈਲ ਖੋਲੀ ਜਾਵੇ, ਜਦੋਂ ਕੰਪਿਊਟਰ 'ਤੇ ਸਾਡਾ ਨਾਂ ਕਲਿੱਕ ਕੀਤਾ ਜਾਵੇ, ਜਦੋਂ ਸਾਡੀ ਫਾਈਲ ਸਾਹਮਣੇ ਆ ਜਾਵੇ ਤੇ ਸਾਡੇ ਕੋਲ ਧਰਮਰਾਜ ਪੁੱਛੇ ਬਈ ਤੂੰ ਕੀ ਖੱਟਿਆ ਤੇ ਕੀ ਗਵਾਇਆ, ਭੇਜਿਆ ਕਿੱਥੇ ਸੀ, ਕੀ ਕਰਕੇ ਆਇਆ, ਤੇ ਸਭ ਤੋਂ ਪਹਿਲਾ ਸਵਾਲ ਪਤਾ ਹੈ ਕੀ ਪੁੱਛਿਆ ਜਾਂਦਾ ਕਿ ਸੰਗਤ ਦੇ ਵਿੱਚ ਤੂੰ ਕਿੰਨੀਆਂ ਘੜੀਆਂ ਸਫਲ ਕੀਤੀਆਂ। ਉੱਥੇ ਫਿਰ ਸੰਗਤ ਦਾ ਰਿਸ਼ਤਾ ਕੰਮ ਆਉਂਦਾ ਹੈ। ਜਿਹੜੀ ਇੱਥੇ ਅਸੀਂ ਸੰਗਤ ਕਰਦੇ ਆ ਨਾ, ਇਹ ਘੜੀਆਂ ਸਾਡੇ ਖਾਤੇ ਵਿੱਚ ਚੜ੍ਹੀਆਂ ਹੁੰਦੀਆਂ। ਹੁਣ ਸਤਸੰਗ ਦੀਆਂ ਘੜੀਆਂ ਉੱਥੇ ਵੀ ਸਾਡੇ ਕੰਮ ਆਉਂਦੀਆਂ ਨੇ। ਬਾਬਾ ਜੀ ਕਹਿੰਦੇ ਜਿਨ੍ਹਾਂ ਨੇ ਤੂੰ ਮਾਣ ਕਰਦਾ, ਜਿਨ੍ਹਾਂ ਦੇ ਮਗਰ ਲੱਗਿਆ, ਪਿਤ ਸੁਤੋ ਸਗਲ ਕਾਲਤਰ। ਪਿਤਾ, ਸੁਤ ਮਾਨੇ ਪੁੱਤਰ, ਸਪੁੱਤਰ, ਪਿਤ ਸੁਤੋ ਸਗਲ ਕਾਲਤਰ। ਕਾਲਤਰ ਇਸਤਰੀ ਵਾਸਤੇ ਆਇਆ ਹੈ, ਪਤਨੀ ਵਾਸਤੇ ਆਇਆ ਹੈ। ਮਾਤਾ, ਪਿਤ ਸੁਤੋ ਸਗਲ ਕਾਲਤਰ ਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ। ਇਹਨਾਂ ਨੇ ਅੰਤ ਸਮੇਂ ਤੇਰਾ ਸਾਥ ਨਹੀਂ ਜਾਣਾ। ਦੇਹੋਰੀ ਬੈਠੀ ਮਾਤਾ ਰੋਵੇ, ਖਟੀਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੇ ਹੰਸ, ਅਕੇਲਾ ਜਾਈ। ਉੱਥੇ ਕੋਈ ਸਾਥੀ ਨਹੀਂ, ਕੋਈ ਬੇਲੀ ਨਹੀਂ, ਕੋਈ ਯਾਰ ਨਹੀਂ, ਕੋਈ ਮਿੱਤਰ ਨਹੀਂ। ਜਿਹੜੇ ਕਹਿੰਦੇ ਸੀ ਨੇ, ਬੜੇ ਦਾਅਵੇ ਕਰਦੇ ਸੀ ਅਖੀਰ ਤੱਕ ਤੇਰਾ ਸਾਥ ਦੇਵਾਂਗੇ। ਕਈ ਤਾਂ ਐਸੇ ਬਦਕਿਸਮਤ ਨੇ ਜਿਨ੍ਹਾਂ ਦੇ ਸੰਸਕਾਰ ਵੇਲੇ ਵੀ ਉਹਨਾਂ ਦੀ ਨਿੰਦਿਆ ਹੋ ਰਹੀ ਹੁੰਦੀ ਹੈ। ਤਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਤਰੀਏ ਗੁਰ ਵਿਚਾਰ,